ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਬਾਣੀ ਸਿੱਖੀਏ ਦੀ 38ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਭਾਈ ਗੁਰਦਾਸ ਜੀ ਦੀ ਵਾਰ ਦੀ ਪੌੜੀ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਵਾਲੀ ਜਿਹੜੀ ਪੌੜੀ ਹੈ ਆਮ ਗਾਈ ਜਾਂਦੀ ਹੈ, ਉਸ ਦੀ ਵਿਚਾਰ ਕਰਾਂਗੇ। ਦੀਵਾਲੀ ਦੀ ਰਾਤ ਦੀਵੇ ਬਾਲੀਅਨ ਅਰਥਾਤ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ। ਅਰਥਾਤ ਲੋਕ ਜਿਹੜੇ ਦੀਵਾਲੀ ਮਨਾਉਂਦੇ ਹਨ ਉਹ ਰਾਤੀ ਦੀਵੇ ਜਗਾਉਂਦੇ ਹਨ, ਪਰ ਕੁਝ ਘੰਟਿਆਂ ਮਗਰੋਂ ਜਦੋਂ ਉਸ ਦੀਵੇ ਦਾ ਤੇਲ ਮੁੱਕ ਜਾਂਦਾ ਹੈ ਤੇ ਉਹ ਦੀਵੇ ਬੁਝ ਜਾਂਦੇ ਹਨ ਤੇ ਸਵੇਰ ਤੱਕ ਕੋਈ ਵੀ ਦੀਵਾ ਜਗਦਾ ਨਜ਼ਰ ਨਹੀਂ ਆਉਂਦਾ। ਫਿਰ ਤਾਰੇ ਜਾਤ ਸਨਾਤ ਅੰਬਰ ਭਾਲੀਅਨ। ਅੰਬਰ ਮੈਨੇ ਆਕਾਸ਼, ਜਾਤ ਸਨਾਤ ਦਾ ਅਰਥ ਹੈ ਛੋਟੀ ਜਾਤ ਵੱਡੀ ਜਾਤ, ਅਰਥਾਤ ਛੋਟੇ ਵੱਡੇ ਭਾਂਤ ਭਾਂਤ ਦੇ ਕਈ ਕਿਸਮ ਦੇ ਤਾਰੇ ਸਾਨੂੰ ਆਕਾਸ਼ ਵਿੱਚ ਨਜ਼ਰੀ ਪੈਂਦੇ ਹਨ। ਪਰ ਜਿਵੇਂ ਹੀ ਪੋਹ ਫੁੱਟਦੀ ਹੈ, ਸਵੇਰ ਹੁੰਦੀ ਹੈ, ਸੂਰਜ ਨਿਕਲਦਾ ਹੈ ਤੇ ਉਹ ਸਾਰੇ ਤਾਰੇ ਬਿਨਸ ਜਾਂਦੇ ਹਨ, ਅਰਥਾਤ ਅਲੋਪ ਹੋ ਜਾਂਦੇ ਹਨ। ਉਹ ਸਾਨੂੰ ਕਿਤੇ ਵੀ ਨਜ਼ਰੀ ਨਹੀਂ ਪੈਂਦੇ। ਫਿਰ ਤੀਸਰਾ ਉਦਾਹਰਨ ਲੈਂਦੇ ਨੇ, ਕਹਿੰਦੇ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ। ਬਗੀਚਿਆਂ ਵਿੱਚ ਬਾਗਾਂ ਵਿੱਚ ਰੰਗ ਬਿਰੰਗੇ ਭਾਂਤ ਭਾਂਤ ਦੀ ਵਾਸ਼ਨਾ ਵਾਲੇ ਰੰਗ ਰੂਪ ਵਾਲੇ ਫੁੱਲ ਖਿੜਦੇ ਨੇ, ਬੜੇ ਸੋਹਣੇ ਲੱਗਦੇ ਹਨ, ਪਰ ਚੁਣ ਚੁਣ ਚਾਲੀਅਨ ਇੱਕ ਇੱਕ ਕਰਕੇ ਸਾਰੇ ਮੁਰਝਾ ਜਾਂਦੇ ਹਨ ਅਤੇ ਖਤਮ ਹੋ ਜਾਂਦੇ ਹਨ। ਚੌਥੇ ਉਦਾਹਰਨ ਵਿੱਚ ਕਹਿੰਦੇ ਨੇ ਤੀਰਥ ਜਾਤੀ ਜਾਤ। ਜਾਤੀ ਦਾ ਅਰਥ ਹੈ ਯਾਤਰੀ, ਯਾਤਰੀ ਤੀਰਥਾਂ ਤੇ ਜਾਣ ਵਾਲੇ। ਸੋ ਤੀਰਥਾਂ ਤੇ ਯਾਤਰੀ ਜਾਤ ਜਾਂਦੇ ਨੇ ਨੈਣ ਦਿਖਾਲੀਅਨ, ਤੇ ਸਾਡੇ ਅੱਖਾਂ ਦੇ ਨਾਲ ਅਸੀਂ ਉੱਥੇ ਮੇਲੇ ਰੌਣਕਾਂ ਇਕੱਠ ਦੇਖਦੇ ਹਾਂ, ਪਰ ਉਹ ਲੋਕਾਂ ਦੇ ਮੇਲੇ, ਉਹ ਲੋਕਾਂ ਦਾ ਇਕੱਠ ਇੱਕ ਦਿਨ, 2 ਦਿਨ, 3 ਦਿਨ, ਥੋੜੇ ਦਿਨਾਂ ਦਾ ਹੀ ਹੁੰਦਾ ਹੈ। ਉਸ ਤੋਂ ਬਾਅਦ ਸਾਰੀ ਚੀਜ਼, ਸਾਰੀ ਰੌਣਕ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਸੋ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ, ਹਰ ਚੰਦੌਰੀ ਝਾਤ। ਹਰ ਚੰਦੌਰੀ ਹੁੰਦੀ ਮਿਰਾਜ। ਜਿਵੇਂ ਗਰਮੀਆਂ ਦੇ ਵਿੱਚ ਸਾਨੂੰ ਸੜਕ ਦੇ ਉੱਤੇ ਜਾਂ ਧਰਤੀ ਦੇ ਉੱਤੇ ਪਾਣੀ ਲਿਸ਼ਕਦਾ ਨਜ਼ਰ ਆਉਂਦਾ ਹੈ, ਅਸੀਂ ਉਹਨੂੰ ਕਹਿੰਦੇ ਹਾਂ ਮਿਰਾਜ, ਜਾਂ ਜਿਹਨੂੰ ਅਸੀਂ ਕਹਿੰਦੇ ਮ੍ਰਿਗ ਤ੍ਰਿਸ਼ਨਾ। ਇਸੇ ਤਰ੍ਹਾਂ ਠੰਡੇ ਇਲਾਕੇ ਵਿੱਚ ਪਾਣੀ ਦੇ ਉੱਪਰ ਕਿਸ਼ਤੀ ਰਾਹੀਂ ਜਾਂ ਸ਼ਿਪ ਦੇ ਉੱਤੇ ਜਿਹੜੇ ਅਸੀਂ ਹੁੰਦੇ ਹਾਂ ਠੰਡੇ ਦੇਸ਼ਾਂ ਵਿੱਚ, ਤੇ ਆਕਾਸ਼ ਵਿੱਚ ਪੁੱਠੀ ਨਗਰੀ ਲਮਕੀ ਹੋਈ ਨਜ਼ਰ ਆਉਂਦੀ ਹੈ। ਉਹ ਇੱਕ ਕਿਸਮ ਦਾ ਇਮੇਜ ਬਣਦਾ ਹੈ, ਉਹਦਾ ਇੱਕ ਅਕਸ ਬਣਦਾ ਹੈ। ਜੋ ਚੀਜ਼ ਥੱਲੇ ਮੁਹੱਲਾ ਜਾਂ ਕਲੋਨੀ ਜਾਂ ਦੇਸ਼ ਹੁੰਦਾ ਹੈ, ਉਹੀ ਚੀਜ਼ ਉਲਟੀ ਹੋਈ ਉੱਪਰ ਆਕਾਸ਼ ਵਿੱਚ ਨਜ਼ਰ ਆਉਂਦੀ ਹੈ ਕੁਝ ਦੇਰ ਲਈ ਤੇ ਫਿਰ ਅਲੋਪ ਹੋ ਜਾਂਦੀ ਹੈ। ਸੋ ਹਰ ਚੰਦੌਰੀ ਝਾਤ ਵਸਾਏ। ਝਾਤ ਮੈਨੇ ਨਜ਼ਰ, ਵਸਾਏ ਮੈਨੇ ਇੱਕ ਨਜ਼ਰੀ। ਹਰ ਚੰਦੌਰੀ ਉਹ ਝਲਕ ਪੈਂਦੀ ਹੈ ਉਸ ਨਗਰ ਦੀ, ਗੰਧਰਵ ਨਗਰੀ ਦੀ, ਉਚਾਲੀਅਨ, ਤੇ ਫਿਰ ਨਾਲ ਦੇ ਨਾਲ ਹੀ ਚੱਕੀ ਜਾਂਦੀ ਹੈ। ਉਹਦਾ ਕੋਈ ਹੋਂਦ, ਉਹਦਾ ਕੋਈ ਵਜੂਦ ਨਹੀਂ ਹੁੰਦਾ। ਸੋ ਦੀਵਾਲੀ ਦੀ ਰਾਤ ਦੇ ਦੀਵੇ, ਅੰਬਰਾਂ ਦੇ ਤਾਰੇ, ਫੁੱਲਾਂ, ਬਗੀਚਿਆਂ ਦੇ ਫੁੱਲ, ਤੀਰਥਾਂ ਦੀਆਂ ਰੌਣਕਾਂ ਤੇ ਹਰ ਚੰਦੌਰੀ ਦਾ ਉਦਾਹਰਨ ਦੇ ਕੇ ਭਾਈ ਗੁਰਦਾਸ ਜੀ ਸਮਝਾਉਂਦੇ ਹਨ, ਇਹੀ ਹਾਲ ਹੈ ਮਾਇਆ ਦਾ, ਇਹੀ ਹਾਲ ਹੈ ਦੁਨਿਆਵੀ ਪਦਾਰਥਾਂ ਦੇ ਸੁੱਖਾਂ ਦਾ। ਇਹ ਥੋੜ ਚਿਰੇ ਹਨ, ਪਰ ਇਹਦੀ ਟੱਕਰ ਤੇ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸੰਭਾਲਦੇ ਹਨ ਤੇ ਗੁਰੂ ਦੇ ਉਪਦੇਸ਼ ਤੇ ਤੁਰ ਕੇ ਸਦਾ ਥਿਰ ਪਰਮਾਤਮਾ ਦਾ ਨਾਮ ਜਪਦੇ ਹਨ, ਬੰਦਗੀ ਕਰਦੇ ਹਨ, ਸਿਫਤ ਸਲਾਹ ਦੇ ਗੀਤ ਗਾਉਂਦੇ ਸੁਣਦੇ ਹਨ, ਉਹਨਾਂ ਨੂੰ ਫਿਰ ਸੁਖ ਫਲ ਦਾਤ, ਉਸ ਸੁਖ ਦੇ ਫਲ ਦੀ ਦਾਤ ਮਿਲਦੀ ਹੈ ਜੋ ਸਦੀਵੀ ਹੁੰਦਾ ਹੈ, ਜੋ ਕਦੀ ਖਤਮ ਨਹੀਂ ਹੁੰਦਾ। ਉਹ ਸੁਖ ਜਿਹੜਾ ਗੁਰਮੁਖਾਂ ਨੂੰ ਮਿਲਦਾ ਹੈ ਉਹ ਦੀਵਾਲੀ ਦੇ ਰਾਤ ਦੇ ਦੀਵਿਆਂ ਵਰਗਾ ਨਹੀਂ, ਉਹ ਅੰਬਰ ਦੇ ਤਾਰਿਆਂ ਵਰਗਾ ਨਹੀਂ, ਉਹ ਬਾਗ ਦੇ ਫੁੱਲਾਂ ਵਰਗਾ ਨਹੀਂ, ਉਹ ਤੀਰਥਾਂ ਦੀ ਰੌਣਕਾਂ ਵਰਗਾ ਨਹੀਂ, ਤੇ ਨਾ ਹੀ ਉਹ ਹਰ ਚੰਦੌਰੀ ਵਰਗਾ ਹੈ। ਉਹ ਜਿਹੜਾ ਫਲ ਹੈ ਸੁਖ ਦਾ, ਉਹ ਗੁਰਮੁਖਾਂ ਨੂੰ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਸਦੀਵੀ ਕਾਲ ਲਈ ਬਣਿਆ ਰਹਿੰਦਾ ਹੈ। ਜਿਸਨੂੰ ਤੂੰ ਅਸਥਿਰ ਕਰ ਮਾਨੇ ਤੇ ਪਾਹੁਨ ਦੋ ਦਾਹਾ।
ਪਾਹੁਣ ਦਾ ਅਰਥ ਹੈ ਪ੍ਰਾਹੁਣੇ। ਦੋ ਦਾਹਾ 2 ਦਿਨਾਂ ਦੇ। ਜਿਸਨੂੰ ਤੂੰ ਅਸਥਿਰ ਕਰ ਮਾਨੇ। ਹੇ ਭਾਈ, ਜਿਹੜੀਆਂ ਚੀਜ਼ਾਂ ਨੂੰ, ਧਨ ਪਦਾਰਥ ਨੂੰ, ਜ਼ਮੀਨ ਜਾਇਦਾਦ ਨੂੰ, ਕੁਟੁੰਬ ਨੂੰ, ਪਰਿਵਾਰ ਨੂੰ ਤੂੰ ਅਸਥਿਰ ਕਰਕੇ ਮੰਨਿਆ ਹੋਇਆ ਹੈ ਵੀ ਇਹ ਸਦਾ ਟਿਕੇ ਰਹਿਣੇ ਨੇ, ਤੇ ਪਾਹੁਣ 2 ਦਾਹਾ, ਇਹ ਤੇ ਸਿਰਫ 2 ਦਿਨਾਂ ਦੇ ਪ੍ਰਾਹੁਣੇ ਨੇ, ਅਰਥਾਤ ਨਾਸ਼ਵੰਤ ਨੇ। ਪੁੱਤਰ ਕਲੱਤਰ, ਕਲੱਤਰ ਇਸਤਰੀ ਅਰਥਾਤ ਪਤੀ ਲਈ ਪਤਨੀ ਤੇ ਪਤਨੀ ਲਈ ਪਤੀ। ਪੁੱਤਰ ਧੀਆਂ ਪੁੱਤਰ, ਗ੍ਰਹਿ ਘਰ, ਸਗਲ ਸਮਗਰੀ, ਘਰ 'ਚ ਪਿਆ ਸਾਰਾ ਸਮਾਨ। ਸਭ ਮਿਥਿਆ ਅਸਨਾਹਾ, ਅਸਨਾਹਾ ਦਾ ਅਰਥ ਹੈ ਅਸਨੇਹ, ਪਿਆਰ। ਧੀਆਂ ਪੁੱਤਰਾਂ ਦੇ ਨਾਲ, ਪਤੀ ਪਤਨੀ ਦੇ ਨਾਲ, ਘਰ-ਬਾਰ ਦੇ ਨਾਲ, ਹੋਰ ਸਾਜੋ ਸਮਾਨ ਦੇ ਨਾਲ ਜਿੰਨਾ ਵੀ ਮੋਹ ਹੈ, ਇਹ ਮੋਹ ਸਾਰਾ ਮਿਥਿਆ ਹੈ, ਝੂਠਾ ਹੈ। ਰੇ ਮਨ ਕਿਆ ਕਰੇ ਹੈ ਹਾ ਹਾ। ਹੇ ਮੇਰੇ ਮਨ, ਇਹਨਾਂ ਵੱਲ ਦੇਖ ਕੇ, ਇਹ ਨਾਸ਼ਵੰਤ ਚੀਜ਼ਾਂ ਵੱਲ ਦੇਖ ਕੇ ਆਹਾ ਆਹਾ ਇੰਨਾ ਖੁਸ਼ ਕਿਉਂ ਹੋ ਰਿਹਾ ਹੈ, ਇੰਨਾ ਐਕਸਾਈਟ ਕਿਉਂ ਹੋ ਰਿਹਾ ਹੈ। ਦ੍ਰਿਸ਼ਟ ਦੇਖ, ਧਿਆਨ ਨਾਲ ਦੇਖ, ਦ੍ਰਿਸ਼ਟੀ ਲਾ ਕੇ ਦੇਖ, ਸੋਚ ਵਿਚਾਰ ਕੇ ਦੇਖ। ਜੈਸੇ ਹਰ ਚੰਦੌਰੀ, ਇਹ ਤੇ ਸਿਰਫ ਧੂਏ ਦਾ ਪਹਾੜ ਹੈ, ਗੰਧਰਵ ਨਗਰੀ ਹੈ। ਇਹ ਹਰ ਚੰਦੌਰੀ ਅਰਥਾਤ ਬਿਲਕੁਲ ਟੈਂਪਰੇਰੀ ਹੈ, ਨਾਸ਼ਵਾਨ ਹੈ। ਇੱਕ ਰਾਮ ਭਜਨ ਲੈ ਲਾਹਾ। ਇਸ ਮਨੁੱਖਾ ਜਨਮ ਵਿੱਚ ਅਗਰ ਕੋਈ ਫਾਇਦੇ ਦਾ ਸੌਦਾ ਹੈ, ਕੋਈ ਪ੍ਰੋਫਿਟੇਬਲ ਵੈਂਚਰ ਹੈ, ਜਾਂ ਕੋਈ ਕਰਨ ਵਾਲਾ ਕੰਮ ਹੈ ਜਿਸ ਦਾ ਕੋਈ ਲਾਭ ਹੈ, ਉਹ ਹੈ ਰਾਮ ਭਜਨ ਲੈ ਲਾਹਾ। ਪਰਮਾਤਮਾ ਦੀ ਬੰਦਗੀ, ਪਰਮਾਤਮਾ ਦਾ ਸਿਮਰਨ ਕਰਨਾ ਹੀ ਇਸ ਮਨੁੱਖਾ ਜਨਮ ਵਿੱਚ ਇੱਕੋ ਇੱਕ ਫਾਇਦੇ ਦਾ ਕਰਨ ਵਾਲਾ ਕੰਮ ਹੈ। ਸ਼ਲੋਕ ਮਹਿਲਾ ਪਹਿਲਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ। ਕਹਿੰਦੇ ਸਰਬੇ ਜੋਏ ਅਗਛਮੀ। ਅਗਛਮੀ ਜੋ ਗਛਮੀ ਨਹੀਂ ਹੈ। ਗਛਮੀ ਦਾ ਅਰਥ ਹੈ ਗਮਨ ਕਰਨ ਵਾਲੀ, ਚਲੀ ਜਾਣ ਵਾਲੀ, ਚਲਾਏਮਾਨ, ਨਾਸ਼ਵਾਨ। ਅਗਛਮੀ ਜੋ ਨਾਸ਼ਵਾਨ ਨਹੀਂ ਹੈ। ਜੋਏ ਦੇਖਦਾ ਹੈ, ਸਰਬੇ ਸਾਰੀ ਸ੍ਰਿਸ਼ਟੀ ਨੂੰ, ਅਰਥਾਤ ਜਿਹੜਾ ਮਨੁੱਖ ਸਰਬੇ ਜੋਏ ਅਗਛਮੀ, ਸਾਰੀ ਸ੍ਰਿਸ਼ਟੀ ਨੂੰ ਜਾਂ ਆਪਣੇ ਆਲੇ ਦੁਆਲੇ ਦੇ ਸਾਰੇ ਖਿਲਾਰੇ ਨੂੰ ਅਗਛਮੀ ਕਰਕੇ ਜਾਣਦਾ ਹੈ ਵੀ ਇਹ ਸਾਰਾ ਜੋ ਇਹਦੇ ਕੋਲ ਧਨ ਪਦਾਰਥ, ਜ਼ਮੀਨ ਜਾਇਦਾਦ ਜਾਂ ਪਰਿਵਾਰ ਕੁਟੁੰਬ ਹੈ, ਇਹ ਅਗਛਮੀ ਹੈ, ਇਹ ਨਾਸ਼ਵੰਤ ਨਹੀਂ ਹੈ, ਇਹ ਸਦਾ ਟਿਕੇ ਰਹਿਣ ਵਾਲਾ ਹੈ। ਕਹਿੰਦੇ ਦੁੱਖ ਘਨੇਰੋ ਆਤ। ਇਹੋ ਜਿਹੇ ਮਨੁੱਖ ਨੂੰ ਬੜਾ ਘਨੇਰਾ ਦੁੱਖ ਹੁੰਦਾ ਹੈ। ਇਹੋ ਜਿਹਾ ਮਨੁੱਖ ਕੁਰਾਹੇ ਪਿਆ ਹੋਇਆ ਹੈ ਜਿਹੜਾ ਕਹਿੰਦਾ ਸਰਬੇ ਜੋਏ ਅਗਛਮੀ। ਇਹੋ ਜਿਹਾ ਮਨੁੱਖ ਦੁੱਖਾਂ ਨੂੰ ਸੱਦਾ ਦੇ ਰਿਹਾ ਹੈ, ਉਹਨੂੰ ਬਹੁਤ ਦੁੱਖ ਘਨੇਰਾ ਝੱਲਣਾ ਪੈਂਦਾ ਹੈ। ਕਾਲਰ ਲਾਦਸ, ਕਹਿੰਦੇ ਉਹ ਮਨੁੱਖ ਤੇ ਸਮਝੋ ਇਸ ਤਰ੍ਹਾਂ ਹੈ ਜਿਵੇਂ ਕਲਰ ਲੱਦੀ ਜਾ ਰਿਹਾ, ਅਰਥਾਤ ਜੋ ਕਲਰ ਮਿੱਟੀ ਜੋ ਕਿਸੇ ਕੰਮ ਦੀ ਨਹੀਂ ਹੁੰਦੀ ਉਹਨੂੰ ਢੋ ਰਿਹਾ ਹੈ, ਵਿਅਰਥ ਦੇ ਕੰਮ ਕਰ ਰਿਹਾ ਹੈ, ਆਪਣੀ ਸਾਰੀ ਸ਼ਕਤੀ, ਆਪਣਾ ਸਾਰਾ ਸਮਾਂ ਬਰਬਾਦ ਕਰ ਰਿਹਾ ਹੈ। ਸਰ ਲੰਘਣੋਂ, ਤੇ ਅੱਗੇ ਉਹਨੇ ਸਾਗਰ ਨੂੰ ਲੰਘਣਾ ਹੈ। ਲਾਭ ਨਾ ਪੂੰਜੀ ਸਾਥ, ਤੇ ਉਹਦੇ ਪੱਲੇ ਮੰਨ ਲਓ ਨਾ ਤੇ ਕੋਈ ਕੈਪੀਟਲ ਹੈ, ਨਾ ਉਹਦੇ ਕੋਲ ਕੋਈ ਮੂਲ ਹੈ, ਤੇ ਨਾ ਹੀ ਉਹਦੇ ਕੋਲ ਕੋਈ ਖੱਟੀ ਹੈ। ਅਰਥਾਤ ਮਤਲਬ ਕਿ ਸਮੁੰਦਰ ਨੂੰ ਪਾਰ ਕਰਨਾ ਹੈ, ਅੱਗੇ ਜ਼ਿੰਮੇਵਾਰੀ ਬੜੀ ਵੱਡੀ ਹੈ, ਪਰ ਉਹਦੀ ਕੋਈ ਤਿਆਰੀ ਨਹੀਂ, ਕਿਉਂਕਿ ਉਹ ਸਰਬ ਜੋਏ ਅਗਛਮੀ, ਉਹ ਸਾਰੀ ਸ੍ਰਿਸ਼ਟੀ ਨੂੰ, ਆਪਣੇ ਆਲੇ ਦੁਆਲੇ ਨੂੰ, ਆਪਣੇ ਧਨ ਸੁਭਾਵ ਨੂੰ ਸਥਾਈ ਕਰਕੇ ਮੰਨ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਬੈਠਾ ਹੈ, ਤੇ ਇਸ ਤਰ੍ਹਾਂ ਕਰਕੇ ਉਹ ਕਲਰ ਨੂੰ ਲੱਦੀ ਬੈਠਾ ਹੈ। ਅੱਗੇ ਸਮੁੰਦਰ ਲੱਗਣਾ ਹੈ, ਤੇ ਪੱਲੇ ਕੁਝ ਪਰਮਾਤਮਾ ਦੇ ਨਾਮ ਦੀ ਕੀਤੀ ਹੋਈ ਜਿਹੜੀ ਕਮਾਈ ਹੈ ਉਹਦੇ ਕੋਲ ਨਹੀਂ ਹੈ। ਧਨ ਧਰਣੀ ਅਰ ਸੰਪਤ ਸਗਰੀ। ਧਨ ਪੈਸਾ, ਧਰਣੀ ਧਰਤੀ, ਜ਼ਮੀਨ ਜਾਇਦਾਦ, ਹਰ ਸੰਪਤ ਹੋਰ ਸਾਰੀ ਮਾਇਆ ਖਲਾਰਾ, ਸਗਰੀ ਸਾਰੀ। ਜੋ ਮਾਨਿਓ ਅਪਨਾਈ, ਜਿਹਨੂੰ ਤੂੰ ਆਪਣਾ ਕਰਕੇ ਮੰਨਿਆ ਹੋਇਆ ਹੈ। ਤਨ ਛੁਟੈ, ਜਦੋਂ ਤਨ ਛੁੱਟ ਜਾਏਗਾ, ਪ੍ਰਾਣ ਨਿਕਲ ਜਾਣਗੇ। ਕਛ ਸੰਗ ਨਾ ਚੱਲੈ, ਇਹਨਾਂ ਚੋਂ ਕੁਛ ਵੀ ਤੇਰੇ ਨਾਲ ਨਹੀਂ ਜਾਏਗਾ। ਕਹਾ ਤਾਹੇ ਲਪਟਾਈ, ਕਹਾ ਅਰਥਾਤ ਕਿਉਂ, ਤਾਹੇ ਉਸ ਨਾਲ ਲਪਟਾਈ ਚੰਬੜਿਆ ਹੋਇਆ, ਫਿਰ ਤੂੰ ਕਿਉਂ ਇਹਨਾਂ ਚੀਜ਼ਾਂ ਦੇ ਨਾਲ ਚੰਬੜਿਆ ਹੋਇਆ ਹੈ। ਦੀਨ ਦਿਆਲ, ਦੀਨਾਂ ਤੇ ਦਇਆ ਕਰਨ ਵਾਲਾ,
ਸਦਾ ਦੁਖ ਭੰਜਨ, ਤੇ ਹਮੇਸ਼ਾ ਹਮੇਸ਼ਾ ਦੁੱਖਾਂ ਨੂੰ ਨਾਸ ਕਰਨ ਵਾਲਾ ਜੋ ਪ੍ਰਭੂ ਪਰਮਾਤਮਾ ਹੈ, ਉਹਦਾ ਨਾਮ ਹੈ ਤਾਂ ਸਿਉ ਰੁਚ ਨਾ ਵਡਾਈ। ਰੁਚ ਮਨੇ ਰੁਚੀ, ਪਿਆਰ, ਵਡਾਈ ਉਹਦੇ ਨਾਲ ਤੂੰ ਕੋਈ ਪਿਆਰ ਨੂੰ ਵਧਾਉਣ ਦਾ, ਅੱਗੇ ਤੋਰਨ ਦਾ ਕੋਈ ਕੰਮ ਨਹੀਂ ਕੀਤਾ। ਨਾਨਕ ਕਹਿਤ ਜਗਤ ਸਭ ਮਿਥਿਆ। ਨਾਨਕ ਇਹ ਗੱਲ ਆਖਦਾ ਹੈ ਕਿ ਇਹ ਸਾਰਾ ਜਗਤ ਝੂਠਾ ਹੈ, ਨਾਸ਼ਵਾਨ ਹੈ। ਜਿਉਂ ਸੁਪਨਾ ਰਹਿਨਾਈ, ਜਿਵੇਂ ਇੱਕ ਰਾਤ ਦਾ ਸੁਪਨਾ ਹੁੰਦਾ ਹੈ ਜੋ ਅੱਖ ਖੁੱਲਣ ਤੇ ਖਤਮ ਹੋ ਜਾਂਦਾ ਹੈ, ਇਸੀ ਤਰ੍ਹਾਂ ਇਹ ਸਾਰੇ ਜਗਤ ਦਾ ਖਲਾਰਾ ਵੀ ਨਾਸ਼ਵਾਨ ਹੈ। ਤੇ ਇਸ ਜਗਤ ਦਾ ਜੋ ਕਰਤਾ ਹੈ ਵਾਹਿਗੁਰੂ ਪਰਮਾਤਮਾ ਅੱਲਾਹ ਖੁਦਾ ਹੈ, ਉਸ ਦਾ ਨਾਮ ਜਪਣਾ ਹੀ ਮਨੁੱਖਾ ਜਨਮ ਦਾ ਅਸਲ ਜਿਹੜਾ ਹੈ ਉਹ ਮਕਸਦ ਹੈ। ਸੇਵੋਂ ਸਾਧ ਸੰਤ ਚਰਨੀ ਰਹਿ। ਸਾਧ ਸੰਤ ਗੁਰਮੁਖਾਂ ਦੇ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਸਤਸੰਗਤ, ਕਹਿੰਦੇ ਮੈਂ ਤੇ ਹਮੇਸ਼ਾ ਸਤਸੰਗਤ ਦੇ ਚਰਨਾਂ ਦੀ ਸੇਵਾ ਕਰਦਾ ਹਾਂ, ਅਰਥਾਤ ਨਿਮਾਣਾ ਹੋ ਕੇ ਉਹਨਾਂ ਕੋਲ ਬੈਠਦਾ ਹਾਂ, ਉਹਨਾਂ ਦੀ ਵਿਚਾਰਾਂ ਸੁਣਦਾ ਹਾਂ ਅਤੇ ਉਹਨਾਂ ਤੋਂ ਪ੍ਰੇਰਨਾ ਲੈਂਦਾ ਹਾਂ। ਬਾਛੋਂ ਧੂੜ ਪਵਿੱਤਰ ਕਰੇ ਰਹਿ। ਮੈਂ ਐਸੇ ਸਤਸੰਗੀ ਜਨਾਂ ਦੀਆਂ ਧੂੜ ਦੀ ਇੱਛਾ ਮੰਗਦਾ ਹਾਂ, ਧੂੜ ਦੀ ਇੱਛਾ ਕਰਦਾ ਹਾਂ, ਬਾਛੋਂ ਬਾਛਦਾ ਹਾਂ, ਕਿਉਂਕਿ ਸੰਗਤਾਂ ਦੀ ਧੂੜ ਜਿਹੜੀ ਹੈ ਉਹ ਮਨ ਨੂੰ ਪਵਿੱਤਰ ਕਰ ਦਿੰਦੀ ਹੈ। ਸੰਗਤ ਦੀ ਧੂੜ ਦਾ ਮਤਲਬ ਕੀ ਹੈ? ਸੰਗਤ ਵਿੱਚ ਜਾਵਾਂਗੇ ਤਾਂ ਹੀ ਧੂੜ ਪਏਗੀ। ਤੇ ਇਹ ਇੱਕ ਕਿਸਮ ਦਾ ਸਮਝੋ ਇੱਕ ਨਿਮਰਤਾ ਦਾ ਇੱਕ ਦ੍ਰਿਸ਼ਟਾਂਤ ਹੈ, ਕਿਉਂਕਿ ਧੂੜ ਜਿਹੜੀ ਹੈ ਪੈਰਾਂ ਦੇ ਥੱਲੇ ਹੁੰਦੀ ਹੈ, ਅਰਥਾਤ ਆਪਣੇ ਆਪ ਨੂੰ ਬਿਲਕੁਲ ਨਿਮਾਣਾ ਹੋ ਕੇ ਕਿਸੇ ਵੀ ਕਿਸਮ ਦੀ ਹਉਮੈ ਕੋਲ ਨਾ ਰੱਖ ਕੇ ਫਿਰ ਸੰਗਤ ਵਿੱਚ ਸਾਨੂੰ ਜਾਣਾ ਚਾਹੀਦਾ ਹੈ, ਤਾਂ ਹੀ ਅਸੀਂ ਸੰਗਤ ਤੋਂ ਕੋਈ ਲਾਭ ਪ੍ਰਾਪਤ ਕਰ ਸਕਦੇ ਹਾਂ। ਕਹਿੰਦੇ 68 ਮਜਨ ਮੈਲ ਕਟੇਰੈ। ਮਜਨ ਮੈਨੇ ਮਾਂਜਣਾ, ਇਸ਼ਨਾਨ, 68 ਮੈਨੇ 68 ਤੀਰਥਾਂ ਦਾ ਇਸ਼ਨਾਨ, ਮੈਲ ਮੈਨੇ ਮਨ ਦੀ ਮੈਲ। ਸਤ ਸੰਗਤ ਵਿੱਚ ਜਾਣਾ ਇਵੇਂ ਹੈ ਜਿਵੇਂ ਮਨੁੱਖ ਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੋਵੇ, ਅਰਥਾਤ ਸਤ ਸੰਗਤ ਵਿੱਚ ਜਾ ਕੇ ਮਨ ਦੀ ਸਾਰੀ ਮੈਲ ਕੱਟੀ ਜਾਂਦੀ ਹੈ। ਸਤ ਸੰਗਤ ਹੀ ਇਹੋ ਜਿਹੇ ਮਨੁੱਖਾਂ ਲਈ ਸਭ ਤੋਂ ਵੱਡਾ ਤੀਰਥ ਬਣ ਜਾਂਦਾ ਹੈ। ਸਾਸ ਸਾਸ ਧਿਆਵੋ ਮੁਖ ਨਹੀਂ ਮੋਰੈ। ਹੇ ਭਾਈ, ਹਰੇਕ ਸਵਾਸ ਦੇ ਨਾਲ ਪਰਮਾਤਮਾ ਦਾ ਧਿਆਨ ਕਰੋ, ਪਰਮਾਤਮਾ ਦਾ ਸਿਮਰਨ ਕਰੋ, ਮੁਖ ਨਹੀਂ ਮੋਰੈ। ਜੇ ਤੁਸੀਂ ਇੱਦਾਂ ਕਰੋਗੇ ਤੇ ਪਰਮਾਤਮਾ ਤੁਹਾਡੇ ਵੱਲੋਂ ਮੁਖ ਨਹੀਂ ਮੋੜੇਗਾ, ਉਹਦਾ ਮੁਖ ਹਮੇਸ਼ਾ ਤੁਹਾਡੇ ਵੱਲ ਰਹੇਗਾ। ਕਿਛ ਸੰਗ ਨਾ ਚਾਲੈ ਲੱਖ ਕਰੋੜੈ। ਮੈਂ ਭਾਵੇਂ ਲੱਖਾਂ ਜੋੜ ਲਏ ਹੋਣ, ਭਾਵੇਂ ਕਰੋੜੋਂ ਜੋੜ ਲਏ ਹੋਣ, ਪਰ ਇਹਨਾਂ ਵਿੱਚੋਂ ਕੁਝ ਵੀ ਮੇਰੇ ਨਾਲ ਨਹੀਂ ਜਾਏਗਾ। ਪ੍ਰਭ ਜੀ ਕੋ ਨਾਮ ਅੰਤ ਪੁਕਰੋਰੈ। ਪੁਕਰੋਰੇ ਦਾ ਅਰਥ ਹੈ ਪੁੱਕਰਦਾ ਹੈ, ਨਿਭਦਾ ਹੈ, ਸਾਥ ਨਿਭਾਉਂਦਾ ਹੈ, ਬੌੜਦਾ ਹੈ, ਬੌੜੀ ਕਰਦਾ ਹੈ। ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਹੀ ਅੰਤ ਵੇਲੇ ਬੌੜੀ ਕਰਦਾ ਹੈ, ਨਾਲ ਨਿਭਦਾ ਹੈ। ਸੋ ਐਸੀ ਪਿਆਰੇ ਗੁਰਮੁਖ ਜਨੋ ਸੰਖੇਪ ਜੀਆਂ ਵਿਚਾਰਾਂ, ਜਿਹਦਾ ਆਧਾਰ ਸੀਗਾ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਸੋ ਇਹ ਜਿਹੜੀ ਪੌੜੀ ਹੈ, ਅਗਰ ਅਸੀਂ ਪੌੜੀ ਨੂੰ ਧਿਆਨ ਨਾਲ ਦੇਖੀਏ ਤੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਨੂੰ ਸਥਾਈ ਨਹੀਂ ਬਣਾਉਣਾ ਚਾਹੀਦਾ। ਇਹ ਉਹਦੇ ਵਿੱਚ ਇੱਕ ਉਦਾਹਰਣ ਹੈ। ਸਥਾਈ ਬਣਾਉਣਾ ਚਾਹੀਦਾ ਹੈ ਕਿ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ, ਅਰਥਾਤ ਜਿਹੜੇ ਗੁਰਮੁਖ ਨੇ ਉਹਨਾਂ ਕੋਲ ਜੋ ਸੁਖ ਦਾ ਫਲ ਹੁੰਦਾ ਹੈ ਉਹ ਸਦੀਵੀ ਹੁੰਦਾ ਹੈ, ਤੇ ਜਿਹੜੇ ਮਾਇਆ ਦੇ ਸੁਖ ਨੇ ਇਹ ਇਵੇਂ ਨੇ ਜਿਵੇਂ ਕਿ ਦੀਵਾਲੀ ਦੀ ਰਾਤ ਦੇ ਦੀਵੇ। ਸੋ ਇਸ ਪੌੜੀ ਤੋਂ ਇਹ ਸੁਨੇਹਾ ਸਾਨੂੰ ਮਿਲਦਾ ਹੈ। ਇਹ ਸੁਨੇਹਾ ਨਹੀਂ ਮਿਲਦਾ ਕਿ ਦੀਵਾਲੀ ਦੀ ਰਾਤ ਦੀਵੇ ਬਾਲੋ। ਇੱਧਰੋਂ ਦੀ ਇੱਕ ਉਦਾਹਰਣ ਹੈ ਕਿ ਜਿਵੇਂ ਦੀਵਾਲੀ ਦੀ ਰਾਤ ਦੇ ਦੀਵੇ ਸਵੇਰ ਤੱਕ ਖਤਮ ਹੋ ਜਾਂਦੇ ਹਨ, ਇਸੀ ਤਰ੍ਹਾਂ ਦੁਨਿਆਵੀ ਸੁੱਖ ਵੀ ਜਿਹੜੇ ਨੇ ਉਹ ਆਰਜ਼ੀ ਹਨ, ਟੈਂਪਰੇਰੀ ਹਨ। ਇਹਨਾਂ ਦੇ ਨਾਲ ਆਪਣਾ ਚਿੱਤ ਨਹੀਂ ਜੋੜਨਾ ਚਾਹੀਦਾ। ਸੋ ਉਸ ਪੌੜੀ ਤੋਂ ਸਾਨੂੰ ਇਹ ਸੁਨੇਹਾ ਮਿਲਦਾ ਹੈ, ਜਿਸ ਦੀ ਅਸੀਂ ਵਿਸਥਾਰ ਦੇ ਨਾਲ ਵਿਆਖਿਆ ਗੁਰਬਾਣੀ ਵਿੱਚੋਂ ਹੋਰ ਪੰਕਤੀਆਂ ਲੈ ਕੇ ਕੀਤੀ ਹੈ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।